ਜਿਵੇਂ ਕਿ ਤੁਸੀਂ ਆਡੀਓ ਸੁਣ ਲਈ ਹੋਣੀ ਹੈ ਨਾ, ਵੀ ਆਪਾਂ ਮਲਟੀਪਲਾਇਰ ਦੀ ਡਿਸਕਸ਼ਨ ਕਰ ਰਹੇ ਹਾਂ ਵੀ ਮਲਟੀਪਲਾਇਰ ਦੇ ਵਿੱਚ ਕੀ ਕੁਛ ਹੁੰਦਾ ਹੈ। ਤਾਂ ਆਪਾਂ ਉੱਥੇ ਪੜ੍ਹਿਆ ਕਿ ਅਗਰ ਕੋਈ ਵੀ ਇਨਕਮ ਦੇ ਵਿੱਚ ਚੇਂਜ ਆਇਆ ਤਾਂ ਉਹ ਕਿੰਨੀ ਇਨਵੈਸਟਮੈਂਟ ਕਰਨ ਦੇ ਨਾਲ ਆਇਆ, ਠੀਕ ਹੈ। ਮੀਨਸ ਕਿੰਨੇ ਗੁਣਾ ਆਪਣੀ ਇਨਕਮ ਇਨਕਰੀਜ਼ ਹੋਈ ਹੈ ਇਨਵੈਸਟਮੈਂਟ ਦੇ ਵਿੱਚ ਚੇਂਜ ਆਉਣ ਨਾਲ, ਠੀਕ ਹੈ। ਤਾਂ ਮਲਟੀਪਲਾਇਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਕੱਲਾ ਹੀ ਆਪਾਂ ਇੰਕਰੀਜ਼ ਨੂੰ ਦੇਖਣਾ, ਵੀ ਯੂਜ਼ ਅ ਵਰਡ ਚੇਂਜ, ਓਕੇ। ਤਾਂ ਆਪਾਂ ਨੇ ਚੇਂਜ ਦੇਖਣਾ, ਚੇਂਜ ਮੇ ਬੀ ਇੰਕਰੀਜ਼ ਔਰ ਡਿਕਰੀਜ਼, ਓਕੇ। ਤਾਂ ਇਹ ਦੋ ਟਾਈਪਸ ਨੇ, ਆਪਾਂ ਅੱਗੇ ਜਾ ਕੇ ਪੜ੍ਹਾਂਗੇ ਜਿੱਥੇ ਵੀ ਆਪਣੇ ਕੋਲ ਇਹ ਟੌਪਿਕ ਆਇਆ ਟਾਈਪਸ ਆਫ ਮਲਟੀਪਲਾਇਰ। ਤਾਂ ਹੁਣ ਜਿਹੜਾ ਆਪਣਾ ਸਮਝਣ ਵਾਲੀ ਗੱਲ ਹੈ ਉਹ ਇਹ ਹੈ ਕਿ ਇਹਨਾਂ ਨੇ ਇੱਕ ਫਾਰਮੂਲਾ ਦਿੱਤਾ ਹੈ ਆਪਣੀ ਬੁੱਕ ਦੇ ਵਿੱਚ ਵੀ ਮਲਟੀਪਲਾਇਰ ਨੂੰ ਤੁਸੀਂ ਕੈਲਕੂਲੇਟ ਕਿੱਦਾਂ ਕਰਨਾ ਹੈ। ਇਹ ਤਾਂ ਆਪਾਂ ਨੂੰ ਪਤਾ ਹੈ ਕਿ ਮਲਟੀਪਲਾਈ ਆਪਾਂ ਕਿੱਦਾਂ ਕਰਦੇ ਹਾਂ, ਸਪੋਜ਼ 2 × 2 ਦੈਟ ਇਜ਼ ਮਲਟੀਪਲੀਕੇਸ਼ਨ, ਹੈ ਨਾ। ਤਾਂ ਆਪਾਂ ਇਹ ਚੀਜ਼ ਦੇਖਣਾ ਹੈ ਕਿ ਕਿੰਨੇ ਦੇ ਨਾਲ ਉਹ ਮਲਟੀਪਲਾਈ ਹੋਈ ਹੈ, ਠੀਕ ਹੈ। ਤਾਂ ਜਿਸ ਤਰੀਕੇ ਨਾਲ ਆਪਾਂ ਕਿਸੇ ਵੀ ਚੀਜ਼ ਨੂੰ ਨਾਮ ਦਿੰਦੇ ਹਾਂ ਤਾਂ ਉਸ ਚੀਜ਼ ਦੇ ਵਾਸਤੇ ਆਪਾਂ ਕੁਛ ਵੀ ਚੀਜ਼ ਆਪਾਂ ਯੂਜ਼ ਕਰ ਰਹੇ ਹਾਂ, ਹੈ ਨਾ। ਤਾਂ ਜਿਵੇਂ ਆਪਾਂ ਇਨਵੈਸਟ ਹੈ ਨਾ, ਤਾਂ ਜੇ ਅਗਰ ਆਪਾਂ ਉਸ ਦੀ ਪ੍ਰੋਸੈਸਿੰਗ ਨੂੰ ਕੈਲਕੂਲੇਟ ਕਰਨਾ ਜਾਂ ਉਸ ਦੀ ਪ੍ਰੋਸੈਸਿੰਗ ਨੂੰ ਅਨਾਊਂਸ ਕਰਨਾ ਤਾਂ ਦੈਟ ਵਿਲ ਬੀ ਇਨਵੈਸਟਮੈਂਟ, ਹੈ ਨਾ। ਤਾਂ ਹੁਣ ਕੀ ਹੈ ਮਲਟੀ ਤਾਂ ਪਤਾ ਵੀ ਕਿੰਨੇ ਗੁਣਾ ਉਹ ਵਧੀ ਹੈ, ਠੀਕ ਹੈ। ਤਾਂ ਹੁਣ ਆਪਾਂ ਦੇਖਣਾ ਵੀ ਉਸਦਾ ਮਲਟੀਪਲਾਇਰ ਕੀ ਹੋਏਗਾ, ਮੀਨਸ ਕਿੰਨੀ ਕੀ ਵੈਲਿਊ ਦੇ ਨਾਲ ਆਪਾਂ ਉਸ ਨੂੰ ਮਲਟੀਪਲਾਈ ਕਰਨਾ ਹੈ, ਠੀਕ ਹੈ। ਤਾਂ ਇਸ ਫਾਰਮੂਲਾ ਉਹਨਾਂ ਨੇ ਕੀ ਦਿੱਤਾ ਹੋਇਆ, ਮਲਟੀਪਲਾਇਰ ਇਜ਼ ਇਕੁਅਲ ਟੂ ਚੇਂਜ ਇਨ ਇਨਕਮ ਡਿਵਾਈਡਡ ਬਾਈ ਚੇਂਜ ਇਨ ਇਨਵੈਸਟਮੈਂਟ, ਓਕੇ। ਔਰ ਅਗਰ ਆਪਾਂ ਇਸ ਨੂੰ ਸ਼ੋਰਟ ਫਾਰਮਸ ਦੇ ਵਿੱਚ ਲੈਂਦੇ ਹਾਂ ਤਾਂ ਆਪਣਾ ਆ ਜਾਏਗਾ ਮਲਟੀਪਲਾਇਰ ਡਿਨੋਟਡ ਬਾਈ K ਇਕੁਅਲ ਟੂ ਚੇਂਜ ਇਨ ਡੈਲਟਾ ਵਾਈ ਡਿਵਾਈਡਡ ਬਾਈ ਡੈਲਟਾ ਆਈ, ਓਕੇ। ਤਾਂ ਡੈਲਟਾ ਵਾਈ ਆਪਾਂ ਨੂੰ ਪਤਾ ਹੈ ਵੀ ਚੇਂਜ ਇਨ ਇਨਕਮ ਹੈ ਔਰ ਡੈਲਟਾ ਆਈ ਆਪਾਂ ਨੂੰ ਪਤਾ ਹੈ ਕਿ ਚੇਂਜ ਇਨ ਇਨਵੈਸਟਮੈਂਟ ਹੈ। ਅਤੇ ਹੁਣ ਆ ਜਾਓ ਰਾਜੇ ਇੱਕ ਸਭ ਤੋਂ ਇੰਪੋਰਟੈਂਟ ਜੋ ਟੌਪਿਕ ਹੈ ਜਿਹੜਾ ਮੇਰਾ ਆਲ ਟਾਈਮ ਫੇਵਰੇਟ ਰਿਹਾ ਔਰ ਮੈਨੂੰ ਬਹੁਤ ਹੀ ਘੈਂਟ ਲੱਗਦਾ, ਤਾਂ ਉਹ ਕੀ ਹੈ ਤੁਹਾਡਾ ਰਿਲੇਸ਼ਨਸ਼ਿਪ ਬਿਟਵੀਨ ਮਲਟੀਪਲਾਇਰ ਐਂਡ MPC, ਓਕੇ। ਤਾਂ MPC ਦਾ ਆਪਾਂ ਪੜ੍ਹ ਕੇ ਆਏ ਹਾਂ, ਆਪਣਾ ਜੋ ਲਾਸਟ ਚੈਪਟਰ ਸੀ, ਲਾਸਟ ਚੈਪਟਰ ਸੀ ਜੋ ਆਪਣਾ ਦੈਟ ਇਜ਼ ਕੰਜ਼ੰਪਸ਼ਨ, ਓਕੇ। ਤਾਂ ਕੰਜ਼ੰਪਸ਼ਨ ਚੈਪਟਰ ਦੇ ਵਿੱਚ ਆਪਾਂ MPC ਪੜ੍ਹਿਆ ਸੀ। ਮੀਨਸ MPC ਕੀ ਹੈ, ਚੇਂਜ ਇਨ ਇਨਕਮ ਔਰ ਕੰਜ਼ੰਪਸ਼ਨ ਦੇ ਵਿੱਚ ਰਿਲੇਸ਼ਨ ਹੈ, ਠੀਕ ਹੈ। ਮੀਨਸ ਤੁਹਾਡੀ ਇਨਕਮ ਦੇ ਵਿੱਚ ਚੇਂਜ ਆਉਣ ਨਾਲ ਕਿੰਨੀ ਕੰਜ਼ੰਪਸ਼ਨ ਦੇ ਵਿੱਚ ਚੇਂਜ ਆਇਆ ਹੈ, ਠੀਕ ਹੈ। ਤਾਂ ਹੁਣ ਆਪਾਂ ਇਹ ਦੇਖਣਾ ਹੈ ਕਿ ਆਪਣੀ ਮਲਟੀਪਲਾਇਰ ਚੈਪਟਰ ਦੇ ਵਿੱਚ MPC ਦਾ ਕੀ ਰੋਲ ਹੋਇਆ, ਠੀਕ ਹੈ। ਤਾਂ ਉਹ ਰੋਲ ਪਤਾ ਕਰਨ ਵਾਸਤੇ ਆਪਾਂ ਇਸ ਨੂੰ ਸਟੱਡੀ ਕਰਦੇ ਹਾਂ। ਤਾਂ ਸਭ ਤੋਂ ਪਹਿਲੀ ਗੱਲ ਕਹਿੰਦੇ ਕਿ ਜੋ ਆਪਾਂ ਉੱਥੇ ਵੀ ਇਹ ਚੀਜ਼ ਨੂੰ ਡਿਸਕਸ਼ਨ ਕੀਤੀ ਸੀ ਕਿ ਜੋ ਆਪਣੀ MPC ਹੈ, ਜੋ ਆਪਣੀ ਕੰਜ਼ੰਪਸ਼ਨ ਹੈ, ਠੀਕ ਹੈ। ਅਗਰ ਇੱਕ ਪਰਸਨ ਨੇ ਕੰਜ਼ੰਪਸ਼ਨ ਕੀਤੀ ਹੈ ਤਾਂ ਉਸਦਾ ਕੰਜ਼ੰਪਸ਼ਨ ਐਕਸਪੈਂਡੀਚਰ ਸੈਕਿੰਡ ਪਰਸਨ ਦੀ ਕੀ ਹੋ ਜਾਏਗੀ, ਇਨਕਮ ਹੋ ਜਾਏਗੀ। ਅਗਰ ਉਹ ਸੈਕਿੰਡ ਪਰਸਨ ਦੀ ਇਨਕਮ ਹੈ ਤਾਂ ਉਹ ਇਨ ਫਿਊਚਰ ਕੀ ਬਣ ਜਾਏਗੀ, ਇਨਵੈਸਟਮੈਂਟ। ਉਸ ਇਨਵੈਸਟਮੈਂਟ ਤੋਂ ਉਸਨੂੰ ਕੀ ਮਿਲੇਗੀ, ਅਗੇਨ ਇਨਕਮ ਮਿਲੇਗੀ। ਤਾਂ ਇਹ ਰੋਲ ਜਿਹੜਾ ਹੈ MPC ਦਾ ਆਪਣੇ ਮਲਟੀਪਲਾਇਰ ਦੇ ਵਿੱਚ ਹੈ। ਤਾਂ ਆਪਾਂ ਮਲਟੀਪਲਾਇਰ ਦੇ ਵਿੱਚ ਇਨਕਮ ਔਰ ਇਨਵੈਸਟਮੈਂਟ ਨੂੰ ਹੀ ਚੈੱਕਆਊਟ ਕਰਦੇ ਹਾਂ, ਬਟ ਬਿਟਵੀਨ ਦੀਸ ਟੂ ਇੱਕ ਆਪਣੇ ਕੋਲੇ ਥਰਡ ਥਿੰਗ ਹੈ ਦੈਟ ਇਜ਼ MPC, ਮੀਨਸ ਕੰਜ਼ੰਪਸ਼ਨ ਲੈਵਲ ਕਿੱਦਾਂ ਦਾ ਹੈ ਕਿਸੇ ਪਰਸਨ ਦਾ, ਠੀਕ ਹੈ। ਅਗਰ ਕਿਸੇ ਦੀ ਜਿਹੜੀ ਆਪਣੀ MPC ਹੈ, ਠੀਕ ਹੈ, ਉਹ ਘਟੀ ਹੈ ਤਾਂ ਇਟ ਮੀਨਸ ਜਿਹੜੇ ਪਰਸਨ ਨੂੰ ਇਨਕਮ ਹੋਣੀ ਸੀ ਉਸ ਕੰਜ਼ੰਪਸ਼ਨ ਤੋਂ ਉਸ ਪਰਸਨ ਦੀ ਇਨਕਮ ਵੀ ਘਟੇਗੀ। ਅਗਰ ਉਸਦੀ ਇਨਕਮ ਘਟੀ ਹੈ ਤਾਂ ਇਟ ਮੀਨਸ ਉਸਦੀ ਇਨਵੈਸਟਮੈਂਟ ਵੀ ਘਟੇਗੀ ਔਰ ਵਾਈਸ ਵਰਸਾ, ਇਸ ਤੋਂ ਉਲਟ ਦੇਖ ਲਓ, ਠੀਕ ਹੈ। ਅਗਰ MPC ਇੰਕਰੀਜ਼ ਹੋਏਗੀ ਤਾਂ ਜਿਹੜਾ ਆਪਣਾ ਪ੍ਰੋਡਿਊਸਰ ਪਰਸਨ ਹੈ ਉਸਦੀ ਇਨਕਮ ਵੀ ਇੰਕਰੀਜ਼ ਹੋਏਗੀ। ਅਗਰ ਉਸਦੀ ਇਨਕਮ ਇੰਕਰੀਜ਼ ਹੋਏਗੀ ਤਾਂ ਉਹ ਕੀ ਕਰੇਗਾ, ਇਨਵੈਸਟਮੈਂਟ ਵੀ ਜ਼ਿਆਦਾ ਕਰੇਗਾ। ਤਾਂ ਇੱਥੇ ਜੋ ਰਿਲੇਸ਼ਨਸ਼ਿਪ ਬਿਟਵੀਨ ਮਲਟੀਪਲਾਇਰ ਔਰ MPC ਹੈ ਉਹ ਹਮੇਸ਼ਾ ਡਾਇਰੈਕਟ ਰਹੇਗਾ। ਕਿਉਂ? ਕਿਉਂਕਿ ਅਗਰ ਕੰਜ਼ੰਪਸ਼ਨ ਲੈਵਲ ਵੱਧਦਾ ਹੈ ਤਾਂ ਉਹਦੇ ਨਾਲ ਕੀ ਹੋਏਗਾ, ਮਲਟੀਪਲਾਇਰ ਵੀ ਵਧੇਗਾ। ਉਹ ਕਿਉਂ ਵਧੇਗਾ? ਕਿਉਂਕਿ ਇੱਕ ਪਰਸਨ ਦਾ ਕੰਜ਼ੰਪਸ਼ਨ ਐਕਸਪੈਂਡੀਚਰ ਸੈਕਿੰਡ ਪਰਸਨ ਦੀ ਇਨਕਮ ਹੁੰਦੀ ਹੈ ਅਤੇ ਉਹ ਇਨਕਮ ਜਿਹੜੀ ਹੈ ਫਰਦਰ ਇਨਵੈਸਟ ਕੀਤੀ ਜਾਂਦੀ ਹੈ, ਠੀਕ ਹੈ, ਫॉर ਫਰਦਰ ਕੰਜ਼ੰਪਸ਼ਨ ਫੰਕਸ਼ਨ ਨੂੰ ਪੂਰਾ ਕਰਨ ਵਾਸਤੇ ਜਾਂ ਡਿਮਾਂਡ ਨੂੰ ਪੂਰਾ ਕਰਨ ਵਾਸਤੇ, ਠੀਕ ਹੈ। ਅਤੇ ਰਾਜੇ ਇਹੀ ਤੁਹਾਡੀ ਨਾ ਬੁੱਕਸ ਦੇ ਵਿੱਚ ਵੀ ਇਹਨਾਂ ਨੇ ਥਿਊਰੀ ਦੇ ਵਿੱਚ ਆਹੀ ਚੀਜ਼ ਲਿਖੀ ਹੋਈ ਹੈ ਵੀ ਲਾਰਜਰ ਵਿਲ ਬੀ ਦ MPC, ਲਾਰਜਰ ਵਿਲ ਬੀ ਮਲਟੀਪਲਾਇਰ, ਠੀਕ ਹੈ। ਤਾਂ ਮਲਟੀਪਲਾਇਰ ਜੋ ਹੈ ਇੱਕ ਫਾਈਨਲ ਰਿਜ਼ਲਟ ਹੈ। ਤਾਂ ਫਾਈਨਲ ਰਿਜ਼ਲਟ ਕਿਵੇਂ ਆਉਂਦਾ ਹੈ, ਜਦੋਂ ਆਪਣੀ ਕੰਜ਼ੰਪਸ਼ਨ ਐਕਸਪੈਂਡੀਚਰ ਇਨਕਮ ਦੇ ਵਿੱਚ ਦੂਸਰੇ ਪਰਸਨ ਦੀ ਇਨਕਮ ਦੇ ਵਿੱਚ ਕਨਵਰਟ ਹੁੰਦਾ ਅਤੇ ਉਹ ਇਨਕਮ ਆਪਣੀ ਇਨਵੈਸਟਮੈਂਟ ਦੇ ਵਿੱਚ, ਉਸ ਇਨਵੈਸਟਮੈਂਟ ਤੋਂ ਅਗੇਨ ਇਨਕਮ ਹੁੰਦੀ ਹੈ, ਠੀਕ ਹੈ। ਤਾਂ ਆਪਾਂ ਪਿੱਛੇ ਇੱਕ ਪ੍ਰੋਸੈਸ ਵੀ ਸ਼ਾਇਦ ਤੁਸੀਂ ਆਪਣੀ ਬੁੱਕਸ ਦੇ ਵਿੱਚ ਦੇਖੋਗੇ, ਠੀਕ ਹੈ। ਤਾਂ ਬੁੱਕਸ ਦੇ ਵਿੱਚ ਉਹਨਾਂ ਨੇ ਇੱਕ ਪ੍ਰੋਸੈਸ ਦਿੱਤਾ ਹੋਇਆ ਕਿ ਜਿਹੜੀ ਚੇਂਜ ਇਨ ਇਨਕਮ ਹੈ, ਚੇਂਜ ਇਨ ਇਨਵੈਸਟਮੈਂਟ ਉਹਨਾਂ ਨੇ ਫਸਟ ਵਾਲੀ ਉਹਦੇ ਵਿੱਚ ਲਿੱਤਾ ਹੋਇਆ, ਬਟ ਸਟਾਰਟਿੰਗ ਦੇ ਵਿੱਚ
ਕਦੇ ਵੀ ਚੇਂਜ ਇਨ ਇਨਵੈਸਟਮੈਂਟ ਨਹੀਂ ਆਏਗਾ। ਤੇ ਇਹ ਸਾਨੂੰ ਸਟਾਰਟਿੰਗ ਤੋਂ ਹੀ ਪਤਾ ਹੈ, ਆਪਾਂ ਪਹਿਲਾਂ ਵੀ ਡਿਸਕਸ ਕੀਤਾ ਹੈ ਕਿ ਬਿਲਕੁਲ ਸਟਾਰਟਿੰਗ ਪੁਆਇੰਟ ਦੇ ਉੱਪਰ ਕਦੇ ਵੀ ਚੇਂਜ ਨਹੀਂ ਆਉਂਦਾ। ਠੀਕ ਹੈ, ਤਾਂ ਹੁਣ ਆਜੋ ਰਾਜੇ ਇਨ ਟਰਮਸ ਆਫ ਇਕੁਏਸ਼ਨ ਵੀ ਉਹਨਾਂ ਨੇ ਇਸ ਮਲਟੀਪਲਾਇਰ ਔਰ MPC ਦੇ ਰਿਲੇਸ਼ਨ ਨੂੰ ਸ਼ੋਅ ਕੀਤਾ ਹੈ। ਤਾਂ ਉਹ ਕਿੱਦਾਂ ਸ਼ੋਅ ਕੀਤਾ ਹੋਇਆ? ਹਾਂਜੀ ਰਾਜੇ ਆ ਜਾਓ ਹੁਣ ਇਹਦੇ ਵਿੱਚ ਦੇਖੋ, ਤੁਹਾਡੀ ਬੁੱਕਸ ਦੇ ਵਿੱਚ ਵੀ ਉਹਨਾਂ ਨੇ ਦਿੱਤਾ ਹੈ, ਆਪਾਂ ਪਹਿਲਾਂ ਵੀ ਇਹ ਪੜ੍ਹਿਆ ਹੈ ਕਿ ਇਸ ਦਾ ਜਿਹੜਾ ਫਾਰਮੂਲਾ ਹੈ ਆਪਣੇ ਮਲਟੀਪਲਾਇਰ ਨੂੰ ਕੈਲਕੂਲੇਟ ਕਰਨ ਦਾ, ਦੈਟ ਇਜ਼ ਚੇਂਜ ਇਨ ਇਨਕਮ ਡਿਵਾਈਡਡ ਬਾਈ ਚੇਂਜ ਇਨ ਇਨਵੈਸਟਮੈਂਟ। ਤਾਂ ਆ ਜਾਓ ਫਿਰ ਆ ਦੇਖੋ, ਮਲਟੀਪਲਾਇਰ ਇਜ਼ ਇਕੁਅਲ ਟੂ ਚੇਂਜ ਇਨ ਇਨਕਮ ਡਿਵਾਈਡਡ ਬਾਈ ਚੇਂਜ ਇਨ आई दैट इज़ इन्वेस्टमेंट। तो अपनी इनकम दे विच जो चेंज आता है, या आप नॉर्मली अगर आप देखिए भी इनकम इज़ इक्वल टू C+I, ओके। तो अपना की हो गया, चेंज इन इनकम भी सेम ही हो गया, बस वो सामने डेल्टा वर्ड आ जाएगा या चेंज आ जाएगा। आ देखो चेंज इन इनकम इज़ इक्वल टू चेंज इन C प्लस चेंज इन I, मीनस वो कंजम्पशन प्लस आई दे इक्वल है, उन्होंने चेंज दे इक्वल है जिन्ना उसके इनकम के विच चेंज आएगा। ठीक है, तो आप पहला वाले कई चैप्टर्स दे विच पढ़िया है जिथे आप आई थिंक की किता है, शायद जिथे आप थ्योरीज पढ़िया नहीं है ना। तो केन्जियन थ्योरी दे विच उन्होंने यही चीज़ लिखी है कि सेविंग एंड इन्वेस्टमेंट बोथ आर सेम, मीनस वो एक दूसरे की जगह के उपर आप लिख सकते हैं, है ना। तो अजम्पशन दे विच आप ये चीज़ लिखी है कि अगर कोई परसन कितना भी सेव करेगा वो की हो जाएगा, इन्वेस्ट हो जाएगा। तो ये आप अजम्पशन दे विच पढ़िया सी, अगर किसी बच्चे को ये चीज़ याद है तो वो चीज़ समझेगा। या अगर आपने आई कैलकुलेट करना है तो इसका रिवर्स हो जाएगा, है ना, इनकम माइनस चेंज इन इनकम माइनस चेंज इन कंजम्पशन, ओके। तो इट मीनस आप इस चीज़ को राइट कर इत्थे लिख सकते हैं, है ना, इस जगह के उपर आप इस चीज़ को लिख सकते हैं। ठीक है, तो तुहाडा आ गया के मीनस मल्टीप्लायर इज इक्वल टू चेंज इन, है ना। तो इट मीनस आप जो आप आई की वैल्यू आप इस तरीके नाल कैलकुलेट की है तो उसनों आप इत्थे लिख सकते हैं, है ना। तो देखो राजे के इज इक्वल टू चेंज इन वाई डिवाइडेड बाय चेंज इन इनकम और चेंज इन वाई माइनस चेंज इन सी मीनस कंजम्पशन। जो आप इसके विचों कंजम्पशन माइनस करांगे तो अपने को की आ जाएगी चेंज इन इन्वेस्टमेंट। इस चीज़ को लिखण का एक इत्थे उन्होंने पर्टिकुलर आपां लॉजिक दिता है। और लॉजिक की है कि MPC कैलकुलेट करनी है आप, तो वो कैलकुलेट करने वास्ते अपने को चेंज इन कंजम्पशन होनी चाहिए है। तो वो कितना कैलकुलेट करांगे, जो आप किस तरीके नाल बनाई है वो इस तरीके नाल। ठीक है, तो हुण आ जाओ राजे अपने को एक नवी इक्वेशन आई है। ठीक है, वो इक्वेशन की है चेंज इन इनकम डिवाइडेड बाय चेंज इन इनकम माइनस C, ओके। तो हुण की करना है, नैक्सट स्टैप अपना की होएगा, चेंज इन वाई जिहड़ा है उसनूं सब दे नाल आपां ने डिवाइड करना है। तो आपां की अपने को की आ जाएगी चेंज इन इनकम डिवाइडेड बाय चेंज इन इनकम और चेंज इन वाई डिवाइडेड बाय चेंज इन वाई, दैन होल डिवीजन चेंज इन वाई डिवाइडेड बाय चेंज इन वाई माइनस चेंज इन C डिवाइडेड बाय चेंज इन वाई। तो इसका रीज़न की है कि मैं पिछे की दसिया सी कि चेंज इन इनकम नूं आपां ने की करना है, जिन्ने भी अपने कोले उपर इक्वेशन दे विच जो भी अपने कोले डिजिट्स ने या जो भी वैल्यूज़ ने उन्हां दे नाल डिवाइड करना है। तो डिवाइड करन दा इत्थे लॉजिक यही है राजे, आपां ये देखना है कि किन्नी टोटल इनकम दे विचों आपां नूं जिहड़ी ये वाली वैल्यू है वो आपां अर्न की है। ठीक है, या आप गेन की है। तो इस परपज़ वास्ते आप चेंज नूं उहदे नाल डिवाइड करते हैं, मीनस टू कैलकुलेट द रेशो बिटवीन चेंज इन इनकम एंड दीज वैल्यूज़। ठीक है, तो हुण की होएगा, तो जो आप चेंज इन वाई या डेल्टा वाई नूं इन्हां फिगर्स दे नाल या इन्हां वैल्यूज़ दे नाल आप डिवाइड करांगे तो अपने को एक नवी इक्वेशन आ जाएगी ये वाली, है ना। तो जो भी तुसी इस इक्वेशन नूं पूरा करना है या इस रिलेशनशिप नूं शो करना है तो हर एक इक्वेशन के सामने तुसी मल्टीप्लायर का साइन के जरूर पाना है। ठीक है, इक्वल का साइन पा के नहीं छड्डना। तो हुण आ जाओ राजे यही करन तो बाद अपने को की आ जाएगा। ठीक है, वी विल गेट मल्टीप्लायर और के इक्वल टू 1 डिवाइडेड बाय 1 माइनस MPC। ये किस तरीके नाल आया, जो आपने चेंज इन वाई डिवाइडेड बाय चेंज इन वाई किया तो अपने को 1 आ गया। ठीक है, फिर उस तो बाद अपने नीचे भी इदा किया तो भी अपने को 1 आ गया। फिर उस तो बाद आपको पता ही है कि चेंज इन कंजम्पशन डिवाइडेड बाय चेंज इन वाई इज इक्वल टू
MPC मीनस ये MPC का फॉर्मूला है, तो आप इत्थे MPC लिख लिया। ठीक है, तो सैकेंड गल देखो राजे, आप एक चीज़ करते होंगे कि जो आपने दो तरीके नाल इनकम की डिवीजन की हुई है। ठीक है, पहली की है सी इनकम इज इक्वल टू C + S, और सैकेंड टर्म्स के आप कहने भी S इज इक्वल टू I अकॉर्डिंग टू केंजियन थ्योरी। तो ये सैकेंड टर्म्स के आप ये भी लिख सकते हैं Y इज इक्वल टू C + I। ठीक है, तो इट मीनस हुण की है, जे अगर आप इस इक्वेशन को अप्लाई करते हाँ, अगर आप इनकम इक्वल टू C + S नू अप्लाई करते हैं और इसे का ही अगर आप चेंज देखना चाहिए तो अपने को आएगी चेंज इन इनकम इक्वल टू चेंज इन कंजम्पशन प्लस चेंज इन सेविंग। तो हुण की होया, ये पोर्शन तो अपने को है। ठीक है, और जो अपना 1 अपने को है वो की रिप्रजेंट कर रहा है इनकम। ठीक है ना, तो हुण ये की रिप्रजेंट कर रहा है 1 अपने को इनकम रिप्रजेंट कर रहा है, तो जोड़ा अपने को MPC है ये आपू चेंज इन कंजम्पशन रिप्रजेंट कर रहा है, तो रिमेनिंग पोर्शन की हो गया अपने को सेविंग। तो हुण की है 1 डिवाइडेड बाय 1 माइनस MPC नूं आपां 1 डिवाइडेड बाय MPS भी लिख सकते हैं, बिकॉज वैन 1 माइनस MPC। ठीक है, जो आप 1 दे विचों MPC माइनस करांगे तो अपने को रिमेनिंग पोर्शन की हो जाएगा MPC, क्यों, क्योंकि इस करके। ठीक है राजे, तो थोड़ी बुक्स दे विच इन्होंने एक छोटा जिहा निक्का जिहा प्रैक्टिकल भी दिता होया, और ये वाला आप इस तरीके के कुछ जोड़े प्रैक्टिकल सीगे या है ना अमाउंट सीगे, ये अपनी लास्ट जो कंजम्पशन फंक्शन चैप्टर सी उहदे विच जिथे आप MPS और MPC का रिलेशन किया है उत्थे भी आप इसनूं पढ़िया होया है। ठीक है, तो कहते भी अगर उन्होंने MPC 1 डिवाइडेड बाय 2 दी है तो आप मल्टीप्लायर की वैल्यू नूं कैलकुलेट कर सकते हैं किदा के इज इक्वल टू 1 डिवाइडेड बाय 1 माइनस MPC। ठीक है, इक्वल टू 1 डिवाइडेड बाय 1 माइनस 1/2। तो अपने को MPC वैल्यू दी हुई है, तो ये अपने को मल्टीप्लायर की वैल्यू ये आ गई। ठीक है, 1 × 2 = 2। ठीक है राजे, तो ये सी अपना रिलेशनशिप बिटवीन मल्टीप्लायर एंड MPC। तो निक्की जी गल होर नोट करो। ठीक है, निक्की जी है वो ये है कि जो अपनी MPC इंक्रीज़ होएगी तो मल्टीप्लायर भी इंक्रीज़ ही होएगा। क्यों, क्योंकि एक परसन का कंजम्पशन फंक्शन जोड़ा है या कंजम्पशन एक्सपेंडिचर जोड़ा है वो दूसरे परसन का की हो जाएगा इनकम। तो सैकेंड टर्म्स के की आ गया, अगर वो इंक्रीज़ होएगा तो मल्टीप्लायर भी इंक्रीज़ होएगा, अगर MPC डिक्रीज़ होएगी तो मल्टीप्लायर भी डिक्रीज़ होएगा। तो जो इन्होंने जिथे उन्होंने इस इन्हों दोहां का रिलेशनशिप शो किया है उसकी थ्योरी के बहुत वधिया तरीके नाल इन्होंने उस चीज़ में एक्सप्लेन भी किया हुआ है। ठीक है, तो रजे हुण जिस तरीके नाल आपाने MPC और मल्टीप्लायर का आपस के रिलेशन किया है सेम ही आप MPS और मल्टीप्लायर का भी करांगे। किदां, तो एक निक्की जी गल होर सुन लो भी MPC और मल्टीप्लायर दे विच नैगेटिव रिलेशन है, MPS और मल्टीप्लायर दे विच नैगेटिव रिलेशन है, MPC और मल्टीप्लायर दे विच पॉजिटिव रिलेशन है। ठीक है, पॉजिटिव रिलेशन और डायरैक्ट रिलेशन, और इत्थे की है नैगेटिव रिलेशन और इनडायरैक्ट रिलेशन, है ना। तो हुण आ जाओ जिस तरीके नाल आपां प्रीवियस इक्वेशन नूं बनाया है या उहदे बेसिस दे उपर आपां फर्दर इक्वेशनस बनाईआं ने, तो सेम ही आपां मल्टीप्लायर और MPC दे विच भी करांगे। ठीक है, तो पहली गल की है इन्हां दे विच इनडायरैक्ट रिलेशन है। ठीक है, तो हुण आ जाओ देखो रजे नैक्सट है अपना, हाँ जी रजे हुण रिलेशन है रिलेशनशिप बिटवीन मल्टीप्लायर एंड MPC। ठीक है, तो रजे MPC अपना किस दे इक्वल हुंदा है, सॉरी MPS एंड मल्टीप्लायर दे विच रिलेशनशिप है अपना। MPS की दे इक्वल हुंदा है, आपां कंजम्पशन वाले चैप्टर दे विच भी पढ़िया सी ये, चेंज इन सेविंग डिवाइडेड बाय चेंज इन इनकम। ओके, तो ये दोनों चीज़ां जड़ियां ने, ठीक है, आप किस तरीके नाल लिखांगे, तो पहली अपनी की आ गई चेंज इन इनकम, क्योंकि अपनी इन्वेस्टमेंट होगी, सेविंग्स हो गई या अपनी कंजम्पशन होगी, ये तिन्ने चीज़ां किस चीज़ तो इन्फ्लुएंस होंदियां ने,
ਇਨਕਮ ਤੋਂ। ਤਾਂ ਆਪਾਂ ਇਸ ਦਾ ਦੇਖਦੇ ਹਾਂ ਕੀ ਇਨਫਲੂਐਂਸ ਹੈ। ਤਾਂ ਸਭ ਤੋਂ ਪਹਿਲਾਂ ਕੀ ਹੈ, ਚੇਂਜ ਇਨ ਇਨਕਮ ਇਜ਼ ਇਕੁਅਲ ਟੂ ਚੇਂਜ ਇਨ ਕੰਜ਼ੰਪਸ਼ਨ ਪਲੱਸ ਚੇਂਜ ਇਨ ਇਨਵੈਸਟਮੈਂਟ। ਠੀਕ ਹੈ, ਇਹੀ ਇੱਥੇ ਇਹਨਾਂ ਨੇ ਇਨਵੈਸਟਮੈਂਟ ਇਸ ਕਰਕੇ ਪਾਇਆ ਹੈ ਕਿਉਂਕਿ ਇਨਕਮ ਜਿਹੜੀ ਹੈ ਉਹ ਆਪਣੇ ਪ੍ਰੋਡਿਊਸਰ ਦੀ ਇਨਵੈਸਟਮੈਂਟ ਨੂੰ ਵੀ ਇਨਫਲੂਐਂਸ ਕਰਦੀ ਹੈ, ਕੰਜ਼ੰਪਸ਼ਨ ਐਕਸਪੈਂਡੀਚਰ ਨੂੰ ਵੀ ਇਨਫਲੂਐਂਸ ਕਰਦੀ ਹੈ। ਠੀਕ ਹੈ, ਤਾਂ ਇਸ ਕਰਕੇ ਜੋ ਆਪਣੀ ਚੇਂਜ ਇਨ ਕੰਜ਼ੰਪਸ਼ਨ ਪਲੱਸ ਚੇਂਜ ਇਨ ਇਨਵੈਸਟਮੈਂਟ ਹੋਗੀ ਉਹ ਕੀ ਰਿਪਰੈਜ਼ੈਂਟ ਹੋਏਗੀ, ਐਗਰੀਗੇਟ ਡਿਮਾਂਡ, ਕਿਉਂਕਿ ਉਹ ਡਾਇਰੈਕਟਲੀ ਕਿਸ ਚੀਜ਼ ਨੂੰ ਇਨਫਲੂਐਂਸ ਕਰੇਗੀ, ਆਪਣੀ ਐਗਰੀਗੇਟ ਡਿਮਾਂਡ ਨੂੰ। ਸੈਕਿੰਡ ਟਰਮਸ ਦੇ ਵਿੱਚ ਕੇਨਜ਼ ਨੇ ਇਹ ਚੀਜ਼ ਵੀ ਕਹੀ ਸੀ ਕਿ ਇਨਵੈਸਟਮੈਂਟ ਔਰ ਸੇਵਿੰਗਸ ਬੋਥ ਆਰ ਸੇਮ, ਹੈ ਨਾ। ਤਾਂ ਇੱਥੇ ਕੀ ਨੈਕਸਟ ਆਪਣਾ ਫਾਰਮੂਲਾ ਕੀ ਹੋਇਆ, ਚੇਂਜ ਇਨ ਇਨਕਮ ਇਜ਼ ਇਕੁਅਲ ਟੂ ਚੇਂਜ ਇਨ ਕੰਜ਼ੰਪਸ਼ਨ ਪਲੱਸ ਚੇਂਜ ਇਨ ਸੇਵਿੰਗ। ਤਾਂ ਇਹ ਰਿਪਰੈਜ਼ੈਂਟ ਕਰਦਾ ਹੈ ਐਗਰੀਗੇਟ ਸਪਲਾਈ। ਠੀਕ ਹੈ, ਕਿਉਂਕਿ ਅਗਰ ਇੱਥੇ ਇਹਨਾਂ ਨੇ ਐਗਰੀਗੇਟ ਸਪਲਾਈਜ਼ ਕਰਕੇ ਲਿਖੀ ਹੈ ਕਿ ਕੰਜ਼ੰਪਸ਼ਨ ਲੈਵਲ ਜਿੰਨਾ ਜ਼ਿਆਦਾ ਹੋਏਗਾ, ਠੀਕ ਹੈ, ਉਸ ਦੇ ਨਾਲ ਆਪਾਂ ਨੂੰ ਇਹ ਪਤਾ ਲੱਗੇਗਾ ਕਿ ਆਪਾਂ ਨੇ ਫਰਦਰ ਕਿੰਨੀ ਸਪਲਾਈ ਕਰਨੀ ਹੈ। ਠੀਕ ਹੈ, ਸੈਕਿੰਡ ਕੀ ਹੈ, ਸੇਵਿੰਗਸ ਵੀ ਜਿਹੜਾ ਇਨਫਲੂਐਂਸ ਕਰਦੀਆਂ ਨੇ। ਜੇ ਸੇਵਿੰਗਸ ਜ਼ਿਆਦਾ ਹੋਈਆਂ ਤਾਂ ਕੀ ਹੋਏਗਾ, ਸਪਲਾਈ ਤਾਂ ਘੱਟ ਹੋਏਗੀ, ਹੈ ਨਾ। ਕਿਉਂ ਘੱਟ ਹੋਏਗੀ, ਕਿਉਂਕਿ ਡਿਮਾਂਡ ਨਹੀਂ ਕਰਨਗੇ ਲੋਕ। ਤਾਂ ਇਸ ਕਰਕੇ ਇਸਨੇ C+I ਚੇਂਜ ਨੂੰ ਐਗਰੀਗੇਟ ਡਿਮਾਂਡ ਔਰ C+S ਚੇਂਜ ਨੂੰ ਐਗਰੀਗੇਟ ਸਪਲਾਈ ਜਿਹੜੀ ਸ਼ੋਅ ਕੀਤੀ ਹੈ, ਕਿਉਂਕਿ ਜਿਹੜੀ ਐਗਰੀਗੇਟ ਸਪਲਾਈ ਹੈ ਉਹ ਇਹਨਾਂ ਦੋਹਾਂ ਚੀਜ਼ਾਂ ਦੇ ਉੱਪਰ ਡਿਪੈਂਡ ਹੈ। ਮੀਨਸ ਅਗਰ ਉਹ ਕੰਜ਼ੰਪਸ਼ਨ ਘੱਟ ਕਰਨਗੇ, ਅਗਰ ਚੇਂਜ ਘੱਟ ਹੋਇਆ ਕੰਜ਼ੰਪਸ਼ਨ ਦੇ ਵਿੱਚ ਔਰ ਸੇਵਿੰਗ ਦੇ ਵਿੱਚ ਜ਼ਿਆਦਾ ਹੋਇਆ ਤਾਂ ਉਹ ਕੀ ਹੋਏਗੀ, ਐਗਰੀਗੇਟ ਸਪਲਾਈ ਇਨਫਲੂਐਂਸ ਹੋਏਗੀ। ਠੀਕ ਹੈ, ਅਗਰ ਆਪਣੀ ਐਗਰੀਗੇਟ ਡਿਮਾਂਡ ਉਸਨੇ ਇਸ ਨੂੰ ਰਿਪਰੈਜ਼ੈਂਟ ਕੀਤਾ ਤਾਂ ਉਹਦਾ ਮਤਲਬ ਇਹ ਆ ਗਿਆ ਕਿ ਅਗਰ ਉਹ ਇਹਨਾਂ ਦੇ ਵਿੱਚ ਚੇਂਜ ਆਉਂਦਾ ਹੈ ਤਾਂ ਉਹ ਡਾਇਰੈਕਟ ਇੰਪੈਕਟ ਕਿਹਦੇ 'ਤੇ ਪਏਗਾ, ਆਪਣੀ ਡਿਮਾਂਡ ਦੇ ਉੱਪਰ ਵੀ ਪਏਗਾ। ਠੀਕ ਹੈ, ਤਾਂ ਹੁਣ ਨੈਕਸਟ ਆ ਜਾਓ, ਜਦੋਂ ਆਪਾਂ ਇਹਨਾਂ ਇਕੁਏਸ਼ਨਸ ਨੂੰ ਪੈਰਲਲ ਰੱਖਾਂਗੇ ਤਾਂ ਇਹ ਇਕੁਏਸ਼ਨਸ ਕੀ ਹੋ ਜਾਣਗੇ, ਆਪਸ ਦੇ ਵਿੱਚ ਕੱਟ ਗਈਆਂ। ਤਾਂ ਆਪਣੇ ਕੋਲ ਰਿਮੇਨਿੰਗ ਕੀ ਬਚਿਆ, ਚੇਂਜ ਇਨ I ਇਕੁਅਲ ਟੂ ਚੇਂਜ ਇਨ S। ਇਸੇ ਪਰਪਸ ਵਾਸਤੇ ਕੇਨਜ਼ ਨੇ ਇਨਵੈਸਟਮੈਂਟ ਔਰ ਸੇਵਿੰਗ ਨੂੰ ਇਕੁਅਲ ਜਿਹੜੀ ਹੈ ਅਜ਼ਿਊਮ ਕੀਤਾ ਹੈ, ਅਤੇ ਉਸਦੀ ਅਜ਼ੰਪਸ਼ਨ ਦਾ ਜਿਹੜਾ ਲੌਜਿਕ ਹੈ ਉਹ ਇਹ ਹੈ। ਠੀਕ ਹੈ, ਤਾਂ ਹੁਣ ਕੀ ਹੈ, ਜਦੋਂ ਆਪਣੇ ਕੋਲੇ ਚੇਂਜ ਇਨ I ਇਕੁਅਲ ਟੂ ਚੇਂਜ ਇਨ S ਆ ਗਿਆ, ਦੈਨ ਉਸ ਕੇਸ ਦੇ ਵਿੱਚ ਕੀ ਹੋਇਆ, ਆਪਣੀ ਜੋ ਮਲਟੀਪਲਾਇਰ ਇਕੁਅਲ ਟੂ ਚੇਂਜ ਇਨ Y ਡਿਵਾਈਡਡ ਬਾਈ I ਸੀ ਪਹਿਲਾਂ ਵਾਲੇ ਕੇਸ ਦੇ ਵਿੱਚ, ਜੋ ਆਪਾਂ ਮਲਟੀਪਲਾਇਰ ਐਂਡ MPC ਦਾ ਰਿਲੇਸ਼ਨ ਕੀਤਾ, ਉੱਥੇ ਆਪਾਂ ਇਹ ਵਾਲਾ ਫਾਰਮੂਲਾ ਲਗਾਇਆ ਸੀ। ਠੀਕ ਹੈ, ਤਾਂ ਅਗਰ ਆਪਾਂ ਇਸ ਇਕੁਏਸ਼ਨ ਨੂੰ ਦੇਖੀਏ ਜਿੱਥੇ ਆਪਣੀ ਚੇਂਜ ਇਨ I ਇਕੁਅਲ ਟੂ ਚੇਂਜ ਇਨ ਸੇਵਿੰਗ ਹੈ, ਤਾਂ ਆਪਾਂ ਨਵੀਂ ਜਿਹੜੀ ਫਾਰਮੂਲਾ ਹੈ ਉਹ ਇਹ ਲਿਖ ਸਕਦੇ ਹਾਂ ਆਰਾਮ ਨਾਲ। ਠੀਕ ਹੈ, ਬਿਕੋਜ਼ ਚੇਂਜ ਇਨ I ਇਕੁਅਲ ਟੂ ਚੇਂਜ ਇਨ S। ਓਕੇ, ਤਾਂ ਅਗਰ ਆਪਾਂ ਨੇ ਮਲਟੀਪਲਾਇਰ ਬਾਈ ਵੇ ਆਫ MPC ਪਤਾ ਕਰਨਾ ਹੈ, ਠੀਕ ਹੈ, ਤਾਂ ਆਪਾਂ ਇਹ ਫਾਰਮੂਲਾ ਲਗਾਵਾਂਗੇ ਅਤੇ ਫਰਦਰ ਇਸ ਦੀ ਰਿਪਰਜੈਂਟੇਸ਼ਨ ਦੇਵਾਂਗੇ ਵੀ ਕਿਸ ਤਰੀਕੇ ਨਾਲ ਅਸੀਂ ਇਕੁਏਸ਼ਨ ਬਣਾ ਕੇ 1 ਡਿਵਾਈਡਡ ਬਾਈ 1 ਮਾਈਨਸ MPC ਲਗਾਇਆ ਹੈ। ਠੀਕ ਹੈ, ਅਤੇ ਸੈਕਿੰਡਲੀ ਅਗਰ ਆਪਾਂ ਨੇ MPS ਦੇ ਅਕੋਰਡਿੰਗ ਕੈਲਕੂਲੇਟ ਕਰਨਾ ਤਾਂ ਆਪਾਂ ਇਹ ਵਾਲਾ ਯੂਜ਼ ਕਰਾਂਗੇ। ਠੀਕ ਹੈ, ਤਾਂ ਹੁਣ ਆ ਜਾਓ, ਅਬਵ ਇਕੁਏਸ਼ਨ ਡਿਵਾਈਡਡ ਬਾਈ ਚੇਂਜ ਇਨ Y। ਠੀਕ ਹੈ, ਤਾਂ ਹੁਣ ਉਹ ਕਿੱਦਾਂ ਆਪਾਂ ਡਿਵਾਈਡ ਕਰਾਂਗੇ, ਸੇਮ ਉਸੇ ਤਰੀਕੇ ਨਾਲ ਚੇਂਜ ਇਨ Y ਡਿਵਾਈਡਡ ਬਾਈ ਚੇਂਜ ਇਨ Y ਹੋਲ डिवीज़न डिवाइडेड बाई चेंज इन S डिवाइडेड बाई चेंज इन Y। तो अगर Y डिवाइडेड बाई Y चेंज होएगा तो की होएगा 1। जे अगर आप इसनू देखिए तो एक ही चीज़ रिप्रजेंट करती है अपनी MPS। ओके, तो अपनी जड़ी K इज इक्वल टू या मल्टीप्लायर इज इक्वल टू 1 डिवाइडेड बाई MPS। ठीक है, तो ये तुसी कुछ भी फिल कर सकते हो। ठीक है, कुछ भी फिल इन द सेंस अगर सपोज उन्होंने MPS थोनू दिती हुई है 0.2 तो तुसी मल्टीप्लायर कैलकुलेट कर सकते हो। ठीक है, रिमेनिंग विल बी योर मल्टीप्लायर। ठीक है, तो रजे दूसरी गल ये है कि अपने थोड़ी बुक्स के ना उन्होंने एक डायग्राम दिता है, तो उस डायग्राम का उन्होंने जोड़े पोर्शनस लिते ने वो इदा लिते ने, टेबल दिता है सॉरी, है ना। तो वो टेबल उन्होंने किदा लिता होया है, MPC मीनस मार्जिनल प्रोपेंसिटी टू कंज्यूम द चेंज दसिया होया है, दैन उन्होंने MPS का चेंज दसिया होया है, फिर उन्होंने मल्टीप्लायर दसिया होया है ना। तो उन्होंने जो मल्टीप्लायर की वैल्यू कैलकुलेट की है। ठीक है, तो तुसी की करो, एक केस दे विच तां चाहे तुसी अपनी जो थोड़ी MPS है, ठीक है, उसनू छड्ड के मल्टी जड़ी थोड़ी MPS है उसनू एक बारी छड्ड के अपने की कहंदे हुंदे है
MPC ਦੀ ਵੈਲਿਊ ਦੇ ਨਾਲ ਵੀ ਮਲਟੀਪਲਾਇਰ ਕੈਲਕੂਲੇਟ ਕਰ ਸਕਦੇ ਹੋ, MPS ਦੀ ਵੈਲਿਊ ਦੇ ਨਾਲ ਵੀ ਮਲਟੀਪਲਾਇਰ ਕੈਲਕੂਲੇਟ ਕਰ ਸਕਦੇ ਹੋ। ਜਿਸ ਤਰੀਕੇ ਨਾਲ ਉਹਨਾਂ ਨੇ ਵੈਲਿਊਜ਼ ਦਿੱਤੀਆਂ ਨੇ ਉਸ ਨੂੰ ਤੁਸੀਂ ਫਾਰਮੂਲਾ ਦੇ ਵਿੱਚ ਪੁੱਟ ਕਰੋ, ਤੁਹਾਡੇ ਕੋਲੇ ਮਲਟੀਪਲਾਇਰ ਦੀ ਵੈਲਿਊਜ਼ ਆ ਜਾਣਗੀਆਂ। ਠੀਕ ਹੈ, ਅਤੇ ਅਗਰ ਫਿਰ ਸਮਝ ਨਾ ਆਵੇ ਤਾਂ ਮੈਂ ਕੋਸ਼ਿਸ਼ ਕਰੂੰਗੀ ਵੀ ਮੈਂ ਉਸ ਟੇਬਲ ਨੂੰ ਡਰੋ ਕਰਕੇ ਅਤੇ ਉਸ ਦੀਆਂ ਜਿਹੜੀ ਮਤਲਬ ਕਿ ਵੀਡੀਓ ਹੈ ਉਹ ਅਪਲੋਡ ਕਰਦਾ। ਠੀਕ ਹੈ, ਵੈਸੇ ਐਡੀ ਕੋਈ ਖਾਸ ਗੱਲ ਨਹੀਂ ਹੈ, ਉਹ ਸਮਝ ਆ ਜਾਏਗਾ। ਠੀਕ ਹੈ, ਪਹਿਲੀ ਵਾਲੀ ਤੁਸੀਂ 100 ਲਓਗੇ, 100 ਇਸ ਕਰਕੇ ਲਓਗੇ ਕਿ ਸਟਾਰਟਿੰਗ ਦੇ ਉੱਪਰ ਆਪਣੇ ਕੋਲੇ ਕੋਈ ਚੇਂਜ ਨਹੀਂ ਹੁੰਦਾ, ਔਰ ਜਿਹੜਾ ਮਲਟੀਪਲਾਇਰ ਉਹ ਵੀ ਆਪਣੇ ਕੋਲੇ 0 ਹੀ ਹੋਏਗਾ, ਕਿਉਂਕਿ ਸਟਾਰਟਿੰਗ ਦੇ ਉੱਪਰ ਆਪਾਂ ਨੇ ਆਟੋਨੋਮਸ ਇਨਵੈਸਟਮੈਂਟ ਕੀਤੀ ਹੈ ਨਾ। ਤਾਂ ਤੁਹਾਡਾ ਜਿਹੜਾ ਡਾਇਗਰਾਮ ਦਿੱਤਾ ਹੋਇਆ ਨਾ, ਤਾਂ ਉਹਦੇ ਵਿੱਚ ਉਹਨਾਂ ਨੇ ਸਟਾਰਟਿੰਗ ਦੇ ਵਿੱਚ ਹੀ ਚੇਂਜ ਸ਼ੋ ਕੀਤਾ ਹੋਇਆ ਹੈ ਨਾ। ਤਾਂ ਸਟਾਰਟਿੰਗ ਦੇ ਵਿੱਚ ਕਦੇ ਵੀ ਚੇਂਜ ਨਹੀਂ ਹੁੰਦਾ, ਹਮੇਸ਼ਾ ਸਟਾਰਟਿੰਗ ਦੇ ਵਿੱਚ ਤੁਹਾਡੀ ਆਟੋਨੋਮਸ ਇਨਵੈਸਟਮੈਂਟ ਹੁੰਦੀ ਹੈ, ਇਨਵੈਸਟਮੈਂਟ ਹੈ ਨਾ। ਉਹਦੇ ਨਾਲ ਕੀ ਹੋਏਗਾ, ਫਰਦਰ ਇਨਕਮ ਹੋਏਗੀ ਹੈ ਨਾ। ਇਨਕਮ ਜਾਣ ਤੋਂ ਬਾਅਦ ਕੀ ਹੋਏਗਾ, ਕੰਜ਼ੰਪਸ਼ਨ ਹੋਏਗੀ। ਠੀਕ ਹੈ, ਕੰਜ਼ੰਪਸ਼ਨ ਤੋਂ ਬਾਅਦ ਕੀ ਹੋਏਗਾ, ਫਿਰ ਚੇਂਜ ਇਨ ਇਨਵੈਸਟਮੈਂਟ ਹੋਏਗੀ ਹੈ ਨਾ ਰਾਜੇ। ਤਾਂ ਇਸ ਕਰਕੇ ਉਹਨਾਂ ਨੇ ਇੱਥੇ ਚੇਂਜ ਇਨ ਇਨਵੈਸਟਮੈਂਟ ਪਾ ਰੱਖਿਆ, ਤਾਂ ਕਦੇ ਵੀ ਸਟਾਰਟਿੰਗ ਦੇ ਵਿੱਚ ਇਨਵੈਸਟਮੈਂਟ ਪਹਿਲੇ ਲੈਵਲ ਦੇ ਉੱਪਰ ਚੇਂਜ ਨਹੀਂ ਹੁੰਦੀ। ਠੀਕ ਹੈ, ਤਾਂ ਹਮੇਸ਼ਾ ਸਟਾਰਟਿੰਗ ਦੇ ਉੱਪਰ ਆਟੋਨੋਮਸ ਇਨਵੈਸਟਮੈਂਟ ਹੋਏਗੀ, ਉਸ ਤੋਂ ਬਾਅਦ ਚੇਂਜ ਹੋਣਾ ਸ਼ੁਰੂ ਹੋਏਗਾ, ਉਸ ਤੋਂ ਬਾਅਦ ਚਾਹੇ ਤੁਸੀਂ ਚੇਂਜ ਇਨ ਵਰਡ ਪਾ ਸਕਦੇ ਹੋ ਹੈ ਨਾ। ਤਾਂ ਇਸ ਤਰੀਕੇ ਨਾਲ ਤੁਸੀਂ ਉਸ ਜੋ ਤੁਹਾਡੀ ਉਹਨਾਂ ਨੇ ਡਾਇਗਰਾਮ ਦਿੱਤੀ ਹੈ ਫਸਟ ਪੇਜ 'ਤੇ ਹੀ, ਤਾਂ ਉਸ ਨੂੰ ਤੁਸੀਂ ਥੋੜ੍ਹਾ ਜਿਹਾ ਚੇਂਜ ਕਰ ਲਿਓ। ਠੀਕ ਹੈ ਰਾਜੇ, ਓਕੇ। ਅਤੇ ਇਸ ਨੂੰ ਪੜ੍ਹ ਕੇ ਦੇਖ ਲਿਓ, ਅਤੇ ਜੇ ਕਿਤੇ ਕੋਈ ਦਿੱਕਤ ਲੱਗੇ ਤਾਂ ਫਿਰ ਤੁਸੀਂ ਪੁੱਛ ਲਿਓ। ਥੈਂਕ ਯੂ ਰਾਜੇ।